ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਇਸ ਖਾਸ ਪੇਸ਼ਕਸ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਹਫਤੇ ਦੇ ਵਿੱਚ ਜਿਹੜੇ ਵੀ ਕੰਮ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹਾਂ। ਸੋ ਬੀਤੇ ਹਫਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ। ਕਿੱਥੇ ਉਹ ਸਮਾਗਮ ਕਰਵਾਇਆ ਗਿਆ, ਪੂਰੀ ਖਬਰ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਹੈ ਗੂੰਜਾਂ ਸਿੱਖ ਵਿਰਸੇ ਦੀਆਂ। ਭਾਰਤ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਭਾਈ ਲੱਕੀ ਸ਼ਾਹ ਵਣਜਾਰਾ ਜੀ ਦਾ 444ਵਾਂ ਜਨਮ ਦਿਹਾੜਾ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਦੇ ਵਿੱਚ ਮਨਾਇਆ ਗਿਆ। ਇਸ ਮੌਕੇ ਜਿੱਥੇ ਭਾਰਤ ਸਰਕਾਰ ਦੇ ਕਈ ਆਗੂ ਮੌਜੂਦ ਹੋਏ, ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਇਸ ਮੌਕੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਜਿੱਥੇ ਭਾਈ ਲੱਕੀ ਸ਼ਾਹ ਵਣਜਾਰਾ ਜੀ ਦੇ ਜੀਵਨੀ ਦੇ ਉੱਤੇ ਵੀ ਚਾਨਣਾ ਪਾਇਆ ਗਿਆ। ਸਮਝਣ ਲਈ ਵਰਤਿਆ ਗਿਆ ਹੈ। ਗੁਰੂ ਸਾਹਿਬ ਜੀ ਦਾ ਕੋਈ ਵੀ ਚਿੱਤਰ ਪ੍ਰਮਾਣਿਕ ਨਹੀਂ ਹੈ ਅਤੇ ਕਲਪਨਾ ਮਾਤਰ ਹੀ ਸਮਝਿਆ ਜਾਵੇ। ਗੁਰਮਤ ਵਿੱਚ ਕੇਵਲ ਅਕਾਲ ਪੁਰਖ ਸ਼ਬਦ ਗੁਰੂ ਦੀ ਉਪਾਸਨਾ ਹੀ ਪ੍ਰਵਾਨ ਹੈ। ਭਾਈ ਲੱਕੀ ਸ਼ਾਹ ਵਣਜਾਰਾ ਜੀ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਇੱਕ ਵਣਜਾਰਾ ਸਿੱਖ ਸਨ, ਜਿਨ੍ਹਾਂ ਦਾ ਜਨਮ 4 ਜੁਲਾਈ 1580 ਨੂੰ ਪਿੰਡ ਖੈਰਪੁਰ, ਤਹਿਸੀਲ ਮੁਜ਼ੱਫਰਪੁਰ, ਜ਼ਿਲ੍ਹਾ ਅਲੀਪੁਰ, ਹੁਣ ਪਾਕਿਸਤਾਨ ਵਿਖੇ ਯਦੋਵੰਸ਼ੀ ਰਾਜਪੂਤ ਭਾਈ ਗੋਂਦੂ ਰਾਮ ਜੀ ਦੇ ਘਰ ਹੋਇਆ। ਲੱਖੀ ਸ਼ਾਹ ਜੀ ਦੇ 7 ਪੁੱਤਰ, ਇੱਕ ਪੁੱਤਰੀ ਬੀਬੀ ਸੀਤੋ ਜੀ ਸਨ, ਜਿਨ੍ਹਾਂ ਦਾ ਵਿਆਹ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਹੋਇਆ ਅਤੇ ਬਾਅਦ ਵਿੱਚ ਖੰਡੇ ਬਾਟੇ ਦੀ ਪਹੁਲ ਛਕ ਕੇ ਬਸੰਤ ਕੌਰ ਨਾਂ ਰੱਖਿਆ ਗਿਆ। ਆਪ ਜੀ ਕਾਰ ਵਿਹਾਰ ਕਰਕੇ ਖੈਰਪੁਰ ਤੋਂ ਦਿੱਲੀ ਦੇ ਨੇੜੇ ਰਾਏਸੀਨਾ ਪਿੰਡ ਵਿੱਚ ਆ ਵਸੇ। ਲੱਖੀ ਸ਼ਾਹ ਵਣਜਾਰਾ ਜੀ ਏਸ਼ੀਆ ਦੇ ਬਹੁਤ ਵੱਡੇ ਵਪਾਰੀ ਸਨ, ਜਿਨ੍ਹਾਂ ਦੇ ਵਪਾਰ ਦੌਰੇ ਵਿੱਚ ਹਜ਼ਾਰਾਂ ਗੱਡੇ ਚੱਲਦੇ ਸਨ ਅਤੇ ਉਹਨਾਂ ਦੀ ਸੁਰੱਖਿਆ ਲਈ ਨਿੱਜੀ ਵਣਜਾਰਾ ਫੌਜ ਸੀ। ਵਪਾਰ ਕਰਨ ਵਾਲੇ ਰਸਤਿਆਂ ਵਿੱਚ ਫੌਜ ਅਤੇ ਹੋਰ ਕਰਿੰਦਿਆਂ ਦੇ ਆਰਾਮ ਲਈ ਆਪਣੀਆਂ ਨਿੱਜੀ ਸਰਾਵਾਂ, ਖੂਹ ਅਤੇ ਤਲਾਬ ਬਣਾਏ ਗਏ ਸਨ। ਉਹਨਾਂ ਦੇ ਜੀਵਨ ਵਿੱਚ ਅਹਿਮ ਘਟਨਾ ਉਸ ਵੇਲੇ ਵਾਪਰਦੀ ਹੈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਅਤੇ ਇਹ ਖਬਰ ਲੈ ਕੇ ਕੁਝ ਗੁਰਸਿੱਖ ਭਾਈ ਲੱਖੀ ਸ਼ਾਹ ਜੀ ਦੇ ਘਰ ਪਹੁੰਚੇ। शाह जी, लक्की शाह वणजारा जी। है इस वेले कौन हो सकता है? पुत्र नगाइया जी पिता जी। वेख भला इस वेले कौन आया है? जी मैं वेखदा। भाई साहब आप जी? पिता जी, भाई उदय जी नाल कुछ होर गुरसिख आए ने। गुरसिख इस वेले? ले आ पुत्र, अंदर ही ले आ। आओ भाई साहब, लांघे आओ। सत करतार जी, सत करतार। लक्की शाह जी, मुगलों के कहर दी तां अत हो गई है। दिल्ली दे चांदनी चौक विच गुरसिखां नूं मौत दे घाट उतारिया जा रहा है। की होया? हुण की कह ढा दिता इन्हां जालमां ने? चांदनी चौक विच भाई मती दास, सती दास ते दयाला जी नूं शहीद कर दिता गया है। वाहेगुरु। अज चांदनी चौक विच बहुत वड्डा इकट्ठ होया ते भाई मती दास जी नूं लोहे दे पिंजरे विचों कढ के काजी कहन लगा, क्यों अपनी जान के दुश्मन बने हो? अपना नहीं तो अपने बीवी बच्चों का ख्याल करो। अगर दीन इस्लाम कबूल करोगे तो माफ कर दिया जाएगा, बल्कि धन दौलत से माला माल भी कर देंगे। ते मती दास जी ने की आख्या? मती दास जी कहन लगे, अगर उस अल्लाह ने सब नूं मुसलमान बनाउणा हुंदा तां ओह पैदा ही मुसलमान बना के करदा। फिर? ये सुन के काजी कहन लगा, इस मती दास को लकड़ियों में बांध के आरे से चीर कर दो, फाड़ कर दिया जाए। फिर मती दास जी डोले तां नहीं? नहीं, होता सगों मुस्कुरा के कहन लगे, जदों मेरे सीस ते आरा चले तां मेरा मुख मेरे गुरु वल होवे। धन कमाई गुरसिखा दी, धन गुरु सिखी, धन गुरु सिखी। जलादा ने मती दास दे शरीर ते आरा चलाउणा शुरू कर दिता।
ਚਾਰੇ ਪਾਸੇ ਖੂਨ ਦੇ ਫੁਹਾਰੇ ਨਿਕਲਣ ਲੱਗੇ। ਵੇਖਦੇ ਹੀ ਵੇਖਦੇ ਭਾਈ ਮਤੀ ਦਾਸ ਜੀ ਦਾ ਸਰੀਰ ਦੋ ਫਾੜ ਹੋ ਗਿਆ। ਇਹ ਕਾਜੀ ਬਹੁਤ ਜ਼ਾਲਮ ਏ, ਧਰਮ ਦੇ ਨਾਂ ਤੇ ਬਹੁਤ ਕਹਿਰ ਕਰ ਰਿਹਾ ਏ। ਹਾਂ, ਇਸੇ ਤਰ੍ਹਾਂ ਭਾਈ ਦਿਆਲਾ ਜੀ ਨੇ ਵੀ ਕਾਜੀ ਤੇ ਨਵਾਬ ਨੂੰ ਜ਼ਾਲਮ ਆਖਿਆ। ਫਿਰ ਕਾਜ਼ੀ ਤਾਂ ਭੜਕ ਗਿਆ ਹੋਏਗਾ। ਹਾਂ, ਇਹ ਸੁਣਦਿਆਂ ਕਾਜ਼ੀ ਨੇ ਹੁਕਮ ਕੀਤਾ, इस गुस्ताख शख्स को देग में उबाल दिया जाए। ते भाई दयाला जी नू उबलदे पानी वाली देग विच सुट दिता गया। कुछ ही पला विच सारा शरीर पानी विच गल सड़ गया। ਇਹ ਤਾਂ ਮੁਗਲ ਸਲਤਨਤ ਦੇ ਜ਼ੁਲਮ ਦੀ ਇੰਤਹਾ ਹੋ ਗਈ ਹੈ। ਪਿੰਜਰੇ ਵਿੱਚ ਖੜੇ ਭਾਈ ਸਤੀ ਦਾਸ ਜੀ ਵੀ ਉੱਚੀ ਆਵਾਜ਼ ਵਿੱਚ ਇਹੀ ਬਿਆਨ ਕਰ ਰਹੇ ਸਨ, ਰੱਬ ਦੇ ਬੰਦਿਆਂ ਤੇ ਬਹੁਤ ਜ਼ੁਲਮ ਹੋ ਰਿਹਾ ਏ। ਇਹੀ ਜ਼ੁਲਮ ਇੱਕ ਦਿਨ ਹਕੂਮਤ ਨੂੰ ਤਬਾਹ ਕਰ ਦੇਗਾ। ਫਿਰ ਕੀ ਕੀਤਾ ਕਾਜ਼ੀ ਨੇ? ਭਾਈ ਸਤੀ ਦਾਸ ਜੀ ਨੂੰ ਪਿੰਜਰੇ ਚੋਂ ਕੱਢ ਕੇ ਉਹੀ ਸਵਾਲ ਕੀਤਾ ਗਿਆ, दीन इस्लाम कबूल करोगे या मौत? ते उन्होंने भी बड़ी दृढ़ता नाल ना विच सिर हिला दिता। फिर काजी ने फिर गुस्से विच आके कहा, इसे रुई में लपेट के आग लगाकर साड़ दिया जाए। ते फिर भाई सती दास जी नू रूह विच लपेट के अग लगा दी गई। ਵੇਖਦੇ ਹੀ ਵੇਖਦੇ ਸਾਰਾ ਸਰੀਰ ਸੜ ਕੇ ਸੁਆਹ ਹੋ ਗਿਆ। ਧੰਨ ਗੁਰੂ ਪਿਆਰੇ। ਖਬਰ ਮਿਲੀ ਹੈ ਕਿ ਕੱਲ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਜਾਏਗਾ। ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਸਤਿਗੁਰੂ ਜੀ ਵੀ ਸੱਚ ਖਾਤਰ ਸ਼ਹਾਦਤ ਦੇਣ ਲਈ ਅਟਲ ਖੜੇ ਨੇ ਤੇ ਮਜਬੂਰਨ ਅਸੀਂ ਕੁਝ ਕਰ ਵੀ ਨਹੀਂ ਸਕਦੇ। ਇਹ ਸੱਚੇ ਪਾਤਸ਼ਾਹ, ਇਹ कैसा इम्तिहान ले रहे हो तुसी अपने सेवका दा? ਸੰਭਲੋ ਪਿਤਾ ਜੀ, ਸੰਭਲੋ, ਹੌਸਲਾ ਰੱਖੋ। ਔਰੰਗਜ਼ੇਬ ਨੇ ਐਲਾਨ ਕੀਤਾ ਹੈ ਕਿ ਗੁਰੂ ਜੀ ਦੀ ਦੇਹ ਨੂੰ ਬਾਜ਼ਾਰਾਂ ਵਿੱਚ ਰੋਲ ਕੇ ਨਮਾਇਸ਼ ਲਗਾਈ ਜਾਏਗੀ। ਨਹੀਂ, ਅਸੀਂ ਇਹ ਹਰਗਿਜ਼ ਨਹੀਂ ਹੋਣ ਦਿਆਂਗੇ। ਦਿਨ ਚੜ੍ਹਨ ਵਾਲਾ ਏ, ਅਸੀਂ ਵੀ ਚਾਂਦਨੀ ਚੌਕ ਹੀ ਚੱਲਦੇ ਹਾਂ। ਭਾਈ ਉਦੈ ਜੀ, ਅਸੀਂ ਲਾਲ ਕਿਲੇ ਵਿੱਚ ਰਸਦ ਦੇਣ ਦੇ ਬਹਾਨੇ ਗੱਡੇ ਲੈ ਕੇ ਤੁਹਾਡੇ ਨਾਲ ਹੀ ਚੱਲਦੇ ਹਾਂ। ਠੀਕ ਹੈ ਭਾਈ ਸਾਹਿਬ, ਜਿਵੇਂ ਤੁਸੀਂ ਠੀਕ ਸਮਝੋ। ਇਸ ਤੋਂ ਪਹਿਲਾਂ ਕੋਈ ਅਣਹੋਣੀ ਵਾਪਰੇ, ਸਾਨੂੰ ਹੁਣ ਨਿਕਲ ਜਾਣਾ ਚਾਹੀਦਾ ਹੈ। ਪਿਤਾ ਜੀ, ਮੌਕਾ ਪਾ ਕੇ ਸਾਨੂੰ ਇੱਕ ਵਾਰ ਗੁਰੂ ਜੀ ਨਾਲ ਗੱਲ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਉਹ ਮੰਨ ਹੀ ਜਾਣ। ਨਹੀਂ ਪੁੱਤਰਾ, ਨਹੀਂ, ਉਹ ਕਦੇ ਨਹੀਂ ਮੰਨਣਗੇ।
अच्छे तरीके से प्ले पेश किया और देख के ऐसा लग रहा है कि नो वर्ड्स। थैंक यू। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਇਸ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ। ਦਿਖਾਵਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬ੍ਰੇਕ ਤੇ ਜਾਣ ਤੋਂ ਪਹਿਲੇ ਅਸੀਂ ਤੁਹਾਨੂੰ ਦਿਖਾਈਆਂ ਸੀਗੀਆਂ ਉਹ ਤਸਵੀਰਾਂ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਰਤ ਸਰਕਾਰ ਵੱਲੋਂ ਭਾਈ ਲੱਕੀ ਸ਼ਾਹ ਵਣਜਾਰਾ ਜੀ ਦਾ 444ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਕਿ ਕੁਝ ਕਿਹਾ ਉਹਨਾਂ ਨੇ, ਆਓ ਸੁਣਦੇ ਹਾਂ। ਸਤਿਕਾਰਿਤ ਮੰਚ, ਇਸ ਮੰਚ ਤੇ ਉਪਸਥਿਤ ਦੇਸ਼ ਦੇ ਕੇਂਦਰੀ ਮੰਤਰੀ ਸਾਹਿਬਾਨ, ਮੈਂਬਰ ਪਾਰਲੀਮੈਂਟ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਆਏ ਹੋਏ ਬਹੁਤ ਹੀ ਪਤਵੰਤੇ ਸੱਜਣ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਪਾ ਰਹੀਆਂ ਦੇਸ਼ਾਂ ਦੇ ਵੱਖ-ਵੱਖ ਕੋਨਿਆਂ ਤੋਂ ਵਣਜਾਰਾ ਸਮਾਜ ਦੇ ਸਮੂਚੇ ਮੇਰੇ ਭਰਾਵੋ, ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੀ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਕੇਂਦਰ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਧੰਨਵਾਦ ਕਰਦਾ ਕਿ ਜਿਹੜਾ ਇਹ ਪ੍ਰੋਗਰਾਮ ਉਹਨਾਂ ਨੇ ਉਲੀਕਿਆ ਔਰ ਅੱਜ ਆਪਣੀ ਤਬੀਅਤ ਨਾਸਾਜ਼ ਹੋਣ ਦੇ ਕਾਰਨ ਇੱਥੇ ਪਹੁੰਚ ਨਹੀਂ ਸਕੇ, ਮਗਰ ਉਹਨਾਂ ਨੇ ਜਿਹੜੀ ਜ਼ਿੰਮੇਵਾਰੀ ਆਪਣੇ ਕੇਂਦਰ ਦੇ ਵਜ਼ੀਰਾਂ ਨੂੰ ਲਗਾਈ, ਮੰਤਰੀਆਂ ਨੂੰ ਲਗਾਈ, ਅੱਜ ਉਹ ਇੱਥੇ ਪਹੁੰਚ ਕੇ ਸਾਰਿਆਂ ਨੇ ਉਸ ਕਮੀ ਨੂੰ ਪੂਰਾ ਕਰ ਰਹੇ ਆ। ਧੰਨਵਾਦ ਕਰਦਿਆਂ ਦੇਸ਼ ਦੇ ਕੇਂਦਰੀ ਮੰਤਰੀ ਸ਼੍ਰੀ ਜੇ ਕਿਸ਼ਨ ਰੈਡੀ ਜੀ ਦਾ, ਜਿਨ੍ਹਾਂ ਦੇ ਮਿਨਿਸਟਰੀ ਦੇ ਹੇਠ ਇਹ ਕੰਮ ਹੋ ਰਿਹਾ, ਕਿਉਂਕਿ ਅੱਜ ਤੋਂ 4 ਮਹੀਨੇ ਪਹਿਲੇ ਜਿਸ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੇ ਉੱਤੇ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਸੀ, ਉਹਦੇ ਵਿੱਚ ਵੀ ਬਹੁਤ ਵੱਡਾ ਰੋਲ ਇਸ ਮਿਨਿਸਟਰੀ ਦਾ ਰਿਹਾ ਔਰ ਇਹਨਾਂ ਨੇ ਹਮੇਸ਼ਾ ਸਾਡੀ ਗੱਲਾਂ ਦੇ ਉੱਤੇ ਹਾਮੀ ਭਰੀ ਹੈ। ਔਰ ਇਹ ਜਿਹੜਾ ਪ੍ਰੋਗਰਾਮ ਹੋ ਰਿਹਾ, ਇਸ ਪ੍ਰੋਗਰਾਮ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਲੋਕ ਐਸੇ ਨੇ ਜਿਹੜੀ ਪੰਜਾਬੀ ਭਾਸ਼ਾ ਵੀ ਨਹੀਂ ਸਮਝ ਪਾ ਰਹੇ। ਮੈਂ ਸਮਝਦਾ ਕਿ ਅਸੀਂ ਅੱਜ ਲੱਕੀ ਸ਼ਾਹ ਵਣਜਾਰੇ ਦਾ ਜਿਹਦਾ ਦਿਨ ਮਨਾ ਰਹੇ ਹਾਂ ਔਰ ਸਾਨੂੰ ਆਪਣੀ ਲੈਂਗੁਏਜ ਦੇ ਉੱਤੇ ਵੀ ਭਾਵੇਂ ਹਿੰਦੀ 'ਚ ਬੋਲਣਾ ਪਵੇ, ਭਾਵੇਂ ਪੰਜਾਬੀ 'ਚ ਬੋਲਣਾ ਪਵੇ, ਗੁਰੇਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਅਸੀਂ ਅੱਜ ਉਹ ਮੈਸੇਜ ਦੇਣ ਜਾ ਰਹੇ ਹਾਂ ਆਪਣੀ ਕਮਿਊਨਿਟੀ ਨੂੰ, ਆਪਣੇ ਉਹਨਾਂ ਭਰਾਵਾਂ ਨੂੰ, ਕਿਉਂਕਿ ਲੱਕੀ ਸ਼ਾਹ ਵਣਜਾਰਾ ਜੀ ਦਾ ਦੇਣ ਮੈਂ ਸਮਝਦਾ ਸਿੱਖ ਧਰਮ ਕਦੀ ਦੇ ਨਹੀਂ ਸਕਦਾ। ਸਿੱਖ ਧਰਮ ਕੀ ਦੁਨੀਆ ਦਾ ਕੋਈ ਬੰਦਾ ਇਸ ਕੁਰਬਾਨੀ ਨੂੰ ਨਾ ਭੁੱਲ ਸਕਦਾ, ਨਾ ਕੋਈ ਉਹਦਾ ਮੁਕਾਬਲਾ ਕਰ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਨੰਤ ਸੇਵਕ ਹੋਣ ਦੇ ਨਾਤੇ ਜੋ ਉਹਨਾਂ ਨੇ ਆਪਣੇ ਪੂਰੇ ਘਰ ਨੂੰ ਅੱਗ ਲਾ ਕੇ ਉਹਨਾਂ ਦਾ ਸੰਸਕਾਰ ਕੀਤਾ, ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅੰਗੀਠੇ ਦੀ ਸੰਭਾਲ ਕੀਤੀ ਹੈ, ਦੁਨੀਆ ਦੇ ਵਿੱਚ ਇਹਦੇ ਵਰਗੀ ਦੂਸਰੀ ਮਿਸਾਲ ਨਹੀਂ ਹੈ। ਤੁਸੀਂ ਸਾਰਿਆਂ ਨੇ ਹੁਣੇ ਵੀਡੀਓ ਰਾਹੀਂ ਵੀ ਦੇਖਿਆ ਔਰ ਸਟੇਜ ਸ਼ੋਅ ਰਾਹੀਂ ਵੀ ਦੇਖਿਆ। ਅੱਜ ਅਸੀਂ ਸਾਰੇ ਉਸ ਮਹਾਨ ਯੋਧੇ, ਉਸ ਪਰਿਵਾਰ ਦੇ ਦਿਨ ਮਨਾ ਰਹੇ ਹਾਂ, ਕਿਉਂਕਿ ਭਾਈ ਲੱਕੀ ਸ਼ਾਹ ਵਣਜਾਰਾ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਤਸੀਹੇ ਦਿੱਤੇ ਗਏ, ਉਸ ਪਰਿਵਾਰ ਨੇ ਜਿਸ ਤਰੀਕੇ ਦੇ ਨਾਲ ਗੁਰੂ ਦੇ ਖੰਡੇ ਬਾਟੇ ਦੀ ਪੌਲ ਚੱਕ ਕੇ ਸਿੰਘ ਸਜੇ, ਉਹਨਾਂ ਦੇ ਬੇਟੇ ਭਾਈ ਹੇਮ ਸਿੰਘ ਜੀ, ਭਾਈ ਨਿਗਾਰਿਆ ਸਿੰਘ ਜੀ, ਉਹਨਾਂ ਦੀ ਬੇਟੀ ਬੀਬੀ ਬਸੰਤ ਕੌਰ ਔਰ ਉਹਨਾਂ ਦੇ ਦਾਮਾਦ ਭਾਈ ਮਣੀ ਸਿੰਘ ਦਾ ਇਤਿਹਾਸ ਅਸੀਂ ਸਾਰੇ ਜਾਣਦੇ ਹਾਂ। ਬਹੁਤ ਵੱਡੀਆਂ ਕੁਰਬਾਨੀਆਂ ਇਸ ਪਰਿਵਾਰ ਨੇ ਦਿੱਤੀਆਂ ਔਰ ਅੱਜ ਅਸੀਂ ਉਹਨਾਂ ਦੇ ਇਹ ਦਿਨ ਮਨਾ ਰਹੇ ਹਾਂ। ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਕਿਉਂਕਿ ਸਮਾਂ ਵੀ ਬੜਾ ਸੀਮਿਤ ਹੈ ਔਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਬੋਲਣਾ ਹੈ। ਸੋ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਆਈਆਂ ਹੋਈਆਂ ਦਿੱਲੀ ਤੋਂ, ਬਾਹਰੋਂ, ਜਿਹੜੇ ਅਲੱਗ-ਅਲੱਗ ਕਰਨਾਟਕਾ ਤੋਂ ਵੀ ਇੱਥੇ ਸੰਗਤ ਪਹੁੰਚੀ ਹੈ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਤੁਸੀਂ ਅੱਜ ਉਸ ਯੋਧੇ ਦਾ ਦਿਨ ਮਨਾ ਰਹੇ ਹੋ ਜਿਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਸਾਡੇ ਗੁਰੂਆਂ ਪਾਸੋਂ। ਇੱਕ ਗੱਲ ਦੀ ਜ਼ਰੂਰ ਅਪੀਲ ਕਰਾਂਗੇ ਕਿ ਇੱਥੇ ਬਹੁਤ ਵੱਡੇ ਬਾਬੂ ਸਿੰਘ ਜੀ ਵੀ ਬੈਠੇ ਹੈ, ਮਹੰਤ ਜਿਹੜੇ ਇਹਨਾਂ ਦੇ ਸੰਤ ਨੇ,
ਮੈਂ ਉਹਨਾਂ ਦੇ ਵੀ ਬੇਨਤੀ ਕਰਾਂਗਾ ਕਿ ਇਸ ਸਮਾਜ ਨੂੰ ਗੁਰੂ ਇਤਿਹਾਸ ਬਾਰੇ ਜ਼ਰੂਰ ਵੱਧ ਤੋਂ ਵੱਧ ਪ੍ਰੇਰਿਤ ਕਰੋ ਤਾਂ ਕਿ ਸਾਰੇ ਅਸੀਂ ਮਿਲ ਕੇ ਹੋਰ ਚੜ੍ਹਦੀ ਕਲਾ ਦੀ ਗੱਲ ਕਰੀਏ। ਅੰਤ ਦੇ ਵਿੱਚ ਮੈਂ ਧੰਨਵਾਦ ਕਰਾਂਗਾ ਜਿੱਥੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦਾ, ਕਿਉਂਕਿ ਉਹਨਾਂ ਦੇ ਉਪਰਾਲਾ ਸਦਕੇ ਕਾਰਜ ਹੋਇਆ, ਤੇ ਸ਼੍ਰੀ ਉਮੇਸ਼ ਜਾਦਵ ਜੀ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਪ੍ਰੋਗਰਾਮ ਨੂੰ ਸਕਸੈਸਫੁਲ ਕਰਨ ਵਾਸਤੇ ਆਪਣਾ ਯੋਗਦਾਨ ਪਾਇਆ। ਇਹਨਾਂ ਦੀ ਬਹੁਤ ਵੱਡੀ ਮਿਹਨਤ ਹੈ। ਗੁਰੂ ਮਹਾਰਾਜ ਇਹਨਾਂ ਨੂੰ ਬਹੁਤ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ। ਜਿਸ ਤਰੀਕੇ ਦੇ ਨਾਲ ਇਸ ਸਮਾਜ ਦੀ ਸੇਵਾ ਕਰ ਰਹੇ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜਿੱਥੇ ਇੱਥੇ ਸ਼ਿਰਕਤ ਕੀਤੀ, ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਕੀ ਕੁਝ ਕਿਹਾ उन्होंने, आओ सुनते हैं। भाई लखी शाह बंजारा जी का 444वां जन्मदिन आज ताल कटोरा स्टेडियम में ऑल इंडिया बंजारा सेवा संघ रजिस्टर्ड संत सेवालाल महाराज जयंती समिति और दिल्ली सिख गुरुद्वारा प्रबंधक कमेटी के सहयोग से मनाया जा रहा है। हमारे बीच में इस अवसर पर भारत सरकार के केंद्रीय मंत्री श्री जी किशन रेड्डी जी, ऑनरेबल मिनिस्टर ऑफ कल्चर एंड टूरिज्म गवर्नमेंट ऑफ इंडिया, माननीय केंद्रीय मंत्री अर्जुन मुंडा जी, माननीय केंद्रीय मंत्री अर्जुन राम मेघवाल जी, मिनिस्टर ऑफ स्टेट फॉर पार्लियामेंट अफेयर्स एंड कल्चर, दिल्ली सिख गुरुद्वारा प्रबंधक कमेटी के साबका प्रधान सरदार मनजिंदर सिंह सिरसा जी, दिल्ली सिख गुरुद्वारा प्रबंधक कमेटी के प्रधान सरदार हरमीत सिंह कालका जी, डॉक्टर उमेश यादव जी, ऑनरेबल मेंबर ऑफ पार्लियामेंट कालाबुर्गी कर्नाटका से, श्री बाबू सिंह जी महाराज, धर्मगुरु ऑफ बंजारा कम्युनिटी पहाड़गढ़ पीठ, श्री शंकर पवार जी, प्रेसिडेंट संत सेवालाल महाराज जयंती समिति न्यू दिल्ली, दिल्ली सिख गुरुद्वारा प्रबंधक कमेटी के साढ़े सारे अहुदेदार, बंजारा समाज के नाल संबंधित महान शख्सियतां, धर्मगुरु और देश के कोने कोने तो चल के आए साढ़े बहुत ही बंजारा समाज के साथियों, साड़ियां भैणां, और सब तो पहला गुरु महाराज की फतेह की सांझ करिए जी। वाहेगुरु जी का खालसा, वाहेगुरु जी की फतेह। जैसे कि आपने अभी थोड़ी देर पहले प्ले में देखा और ऑडियो विजुअल में भी देखा कि भाई लखी शाह बंजारा जी की कितनी बड़ी कुर्बानी है, कितना बड़ा त्याग है। गुरु तेग बहादुर साहब महाराज जी के जब उस समय के जालम हुक्मदार औरंगजेब ने गुरु तेग बहादुर साहब जी को इस देश की संस्कृति, इस देश की धर्म की रक्षा, तिलक जंजू की रक्षा करते हुए शहीद कर दिया, उस समय गुरु तेग बहादुर जी का शीश, जो कि गुरु तेग बहादुर साहब जी के प्यारे सिख भाई जैता जी वो आनंदपुर साहब ले गए, तो गुरु तेग बहादुर साहब जी का धड़ शरीर भाई लखी शाह बंजारा जी, उन्हां दे सपुत्र अते होर उत्थे मौजूद सिखां ने चुक के उस समय जो व्यापार कर रहे सन, बहुत वड्डे व्यापारी सन भाई लखी शाह बंजारा जी, उन्हां दे धड़ दा संस्कार उन्हां ने कीता। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਫਸਾ ਨਹੀਂ
ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।